ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਔਰ ਸ਼ਾਂਤੀ ਚਾਹੁੰਦੇ ਹੋ ਤਾਂ ਮੇਰੀ ਜਿਹੜੀ ਹੈ ਸਾਰੀ ਵੀਡੀਓ ਬੜੇ ਧਿਆਨ ਨਾਲ ਸੁਣਿਓ। ਲਿਟੀਗੇਸ਼ਨ ਜਿਹੜੀ ਹੈ ਉਹ ਇਨਸਾਨ ਨੂੰ ਬਰਬਾਦੀ ਦੇ ਰਸਤੇ ਵੱਲ ਲੈ ਕੇ ਜਾਂਦੀ ਹੈ। ਜੋ ਮੈਂ ਅੱਜ ਦੀ ਵੀਡੀਓ ਬਣਾ ਰਿਹਾ ਹਾਂ ਇਸ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਲਿਟੀਗੇਸ਼ਨ ਕਿਸ ਤਰ੍ਹਾਂ ਅਵੋਇਡ ਕਰ ਸਕਦੇ ਹੋ, ਲਿਟੀਗੇਸ਼ਨ ਨੂੰ ਕਿਸ ਤਰ੍ਹਾਂ ਨਜਿੱਠ ਸਕਦੇ ਹੋ। ਤੁਹਾਡਾ ਬੈਸਟ ਗੁਰੂ, ਬੈਸਟ ਸਲਾਹਕਾਰ ਜਿਸ ਤੋਂ ਤੁਸੀਂ ਵਧੀਆ ਸਲਾਹ ਤੁਹਾਨੂੰ ਮਿਲ ਸਕਦੀ ਹੈ ਉਸ ਦੇ ਬਾਰੇ ਜਾਣਕਾਰੀ ਦਿਆਂਗਾ। ਇੱਕ, ਜੇਕਰ ਤੁਸੀਂ ਕੱਛੂ ਦੀ ਰਣਨੀਤੀ ਅਗਰ ਅਪਣਾ ਸਕਦੇ ਹੋ ਉਸ ਦੇ ਬਾਰੇ ਮੈਂ ਤੁਹਾਨੂੰ ਜ਼ਿਕਰ ਕਰਾਂਗਾ। ਕਿਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਹੈ ਕੱਛੂ ਦੀ ਰਣਨੀਤੀ ਤੁਸੀਂ ਅਪਣਾਓਗੇ ਤਾਂ ਤੁਸੀਂ ਕਾਮਯਾਬੀ ਦੇ ਰਸਤੇ ਵੱਲ ਜਾਓਗੇ। ਜਦੋਂ ਵੀ ਕੋਈ ਮੇਰੇ ਕੋਲ ਕਲਾਇੰਟ ਆਉਂਦਾ ਹੈ ਉਸ ਦੇ ਨਾਲ ਮੈਂ ਕੁਝ ਗੱਲਾਂ ਜ਼ਰੂਰ ਸਾਂਝੀਆਂ ਕਰਦਾ ਹਾਂ। ਜਿਹੜੀ ਸਾਰਿਆਂ ਨਾਲੋਂ ਮਹੱਤਵਪੂਰਨ ਗੱਲ ਹੈਗੀ ਹੈ ਉਹ ਇਹ ਹੈ ਕਿ ਤੁਸੀਂ ਜਿਹੜਾ ਹੈ ਪੈਸਾ ਜਿਹੜਾ ਹੈ ਕਿਸੇ ਨੂੰ ਉਧਾਰਾ ਨਹੀਂ ਦੇਣਾ। ਮੈਂ ਤੁਹਾਨੂੰ ਮਦਦ ਕਰਨ ਤੋਂ ਨਹੀਂ ਰੋਕਦਾ। ਤੁਸੀਂ ਜ਼ਿੰਦਗੀ 'ਚ ਅਗਰ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰਿਓ, ਓਨੀ ਮਦਦ ਕਰਿਓ ਜਿੰਨੀ ਤੁਸੀਂ ਕਰਕੇ ਭੁੱਲ ਸਕਦੇ ਹੋ। ਅਗਰ ਤੁਸੀਂ ਆਪਣੀ ਹੈਸੀਅਤ ਜਾਂ ਪ੍ਰੇਮ ਦੇ ਵਿੱਚ ਆ ਕੇ, ਇਮੋਸ਼ਨਸ ਦੇ ਵਿੱਚ ਆ ਕੇ ਕਿਸੇ ਨੂੰ ਤੁਸੀਂ ਪੈਸਾ ਉਧਾਰਾ ਦੇ ਦਿੱਤਾ ਤਾਂ ਯਕੀਨ ਜਾਣਿਓ ਇਹੀ ਪੈਸਾ ਜਿਹੜਾ ਤੁਸੀਂ ਕਿਸੇ ਦੀ ਮਦਦ ਲਈ ਦਿੱਤਾ ਹੈ ਤੁਹਾਡੇ ਲਈ ਪ੍ਰੋਬਲਮ ਬਣ ਕੇ ਤੁਹਾਡੇ ਕੋਲ ਸਾਹਮਣੇ ਆ ਜਾਏਗਾ। ਮੇਰੇ ਕੋਲ ਬਹੁਤ ਸਾਰੇ ਐਸੇ ਕੇਸਿਸ ਹਨ ਜਿਨ੍ਹਾਂ ਦੇ ਵਿੱਚ ਪਿਆਰ ਦੇ ਵਿੱਚ ਆ ਕੇ ਉਹਨਾਂ ਨੇ ਪੈਸਾ ਦੇ ਦਿੱਤਾ ਲੇਕਿਨ ਦੂਸਰਾ ਬੰਦਾ ਜਾਂ ਤਾਂ ਮਜਬੂਰ ਸੀ, ਉਹ ਪੈਸਾ ਵਾਪਸ ਨਹੀਂ ਕਰ ਸਕਿਆ, ਫਿਰ ਉਸਨੇ ਉਹਦਾ ਚੈੱਕ ਦੇ ਦਿੱਤਾ। ਚੈੱਕ ਦੇਣ ਤੋਂ ਬਾਅਦ ਫਿਰ ਜਿਹੜੀ ਹੈ ਮੁਕੱਦਮੇਬਾਜ਼ੀ ਸ਼ੁਰੂ ਹੋ ਗਈ। ਇਸ ਕਰਕੇ ਪੈਸਾ ਜਿਹੜਾ ਹੈ ਜ਼ਿੰਦਗੀ ਦਾ ਇੱਕ ਬਹੁਤ ਮਹੱਤਵਪੂਰਨ ਅੰਗ ਹੈ। ਪੈਸਾ ਹੀ ਤੁਹਾਡੀ ਬੇਚੈਨੀ ਦਾ ਕਾਰਨ ਹੈ ਅਤੇ ਪੈਸਾ ਹੀ ਤੁਹਾਡੇ ਲਈ ਜਿਹੜਾ ਹੈ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ। ਹਾਂ, ਪੈਸੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ ਕਦੇ ਨਹੀਂ ਆਏਗਾ। ਅਗਰ ਤੁਹਾਨੂੰ ਸੁੱਖ ਮਿਲੇਗਾ ਤਾਂ ਉਹ ਤੁਹਾਡਾ ਆਪਣਾ ਹੀ ਹੋਏਗਾ। ਅਗਰ ਪੈਸੇ ਨਾਲ ਕਿਸੇ ਨੂੰ ਸੁੱਖ ਮਿਲਦਾ ਹੁੰਦਾ ਇਸ ਜ਼ਿੰਦਗੀ ਦੇ ਵਿੱਚ ਤਾਂ ਇਸ ਦੁਨੀਆ ਦੇ ਵਿੱਚ ਕਿਸੇ ਨੇ ਦੁਖੀ ਨਹੀਂ ਹੋਣਾ ਸੀਗਾ। ਤੁਸੀਂ ਆਲੇ ਦੁਆਲੇ ਜਿੱਥੇ ਮਰਜ਼ੀ ਨਿਗਾਹ ਮਾਰ ਕੇ ਦੇਖ ਲਓ, ਜਿਨ੍ਹਾਂ ਕੋਲ ਜਿੰਨਾ ਪੈਸਾ ਹੈ ਉਨੀ ਜ਼ਿਆਦਾ ਉਹ ਪਰੇਸ਼ਾਨੀ ਦੇ ਵਿੱਚ ਉਲਝੇ ਹੋਏ ਹਨ। ਇਸ ਦਾ ਮਤਲਬ ਇਹ ਹੋਇਆ ਵੀ ਪੈਸੇ ਨਾਲ ਜਿਹੜਾ ਹੈ ਸੁੱਖ ਨਹੀਂ ਮਿਲਦਾ। ਹਾਂ, ਤੁਹਾਡੀਆਂ ਜ਼ਰੂਰਤਾਂ ਜ਼ਰੂਰ ਪੂਰੀਆਂ ਹੋ ਸਕਦੀਆਂ ਨੇ। ਇਸ ਤੋਂ ਇਲਾਵਾ ਅਗਰ ਤੁਸੀਂ ਪੈਸਾ ਇਨਵੈਸਟ ਕਰਨਾ ਹੈ ਤਾਂ ਲਾਲਚਵਸ ਹੋ ਕੇ ਕਦੇ ਨਾ ਕਰਿਓ। ਪ੍ਰਾਈਵੇਟ ਕੰਪਨੀ ਦੇ ਵਿੱਚ ਕਦੇ ਪੈਸਾ ਨਾ ਇਨਵੈਸਟ ਕਰਿਓ। ਪੈਸਾ ਉੱਥੇ ਇਨਵੈਸਟ ਕਰੋ ਜਿੱਥੇ ਤੁਹਾਨੂੰ ਲੱਗਿਆ ਵੀ ਸੇਫ ਹੈ, ਜਿਵੇਂ ਪੋਸਟ ਆਫਿਸ ਹੈ, ਬੈਂਕ ਨੇ। ਇਹਨਾਂ ਦੇ ਵਿੱਚ ਜਦੋਂ ਤੁਸੀਂ ਪੈਸਾ ਇਨਵੈਸਟ ਕਰਦੇ ਹੋ ਜਾਂ ਉੱਥੇ ਪੈਸਾ ਰੱਖਦੇ ਹੋ ਤਾਂ ਆਪਾਂ ਇਹ ਮੰਨ ਕੇ ਚੱਲਦੇ ਹਾਂ ਇਹ ਪੈਸਾ ਸੇਫ ਹੈ। ਜਦੋਂ ਤੁਸੀਂ ਪ੍ਰਾਈਵੇਟ ਕੰਪਨੀ ਦੇ ਵਿੱਚ ਕਿਸੇ ਦੇ ਵਿੱਚ ਪੈਸਾ ਇਨਵੈਸਟ ਕੀਤਾ ਜਾਂ ਲਾਲਚਵਸ ਹੋ ਕੇ ਕਿਸੇ ਫਾਈਨੈਂਸਰ ਨੂੰ ਪੈਸੇ ਦੇ ਦਿੱਤੇ ਕਿਉਂ ਉਹ ਵਿਆਜ ਜ਼ਿਆਦਾ ਦਿੰਦੇ ਹਨ ਤਾਂ ਜਿਹੜਾ ਹੈ ਤੁਸੀਂ ਉਹਦੇ ਵਿੱਚ ਫਸ ਜਾਓਗੇ। ਇਹਦਾ ਮਤਲਬ ਇਹ ਹੋਇਆ ਵੀ ਅਸੀਂ ਜਿਹੜੀ ਹੈ ਆਪਣੀ ਦਾੜੀ ਦੂਸਰੇ ਦੇ ਹੱਥ ਵਿੱਚ ਫੜਾ ਦਿੱਤੀ ਅਤੇ ਉਹ ਕਿਸੇ ਟਾਈਮ ਵੀ ਇਹਨੂੰ ਜਿਹੜਾ ਹੈ ਪੱਟ ਸਕਦਾ ਹੈ, ਖਿੱਚ ਸਕਦਾ ਹੈ ਅਤੇ ਤੁਹਾਡੇ ਲਈ ਜਿਹੜੀ ਹੈ ਬੇਚੈਨੀ ਦਾ ਸਬੱਬ ਸ਼ੁਰੂ ਹੋ ਜਾਂਦਾ ਹੈ। ਇੱਕ ਹੋਰ ਗੱਲ ਜਿਹੜੀ ਮੈਂ ਆਪਣੇ ਕਲਾਇੰਟਸ ਨਾਲ ਸਾਂਝੀ ਕਰਦਾ ਹਾਂ, ਰਸਤੇ 'ਚ ਤੁਸੀਂ ਕਿਤੇ ਵੀ ਜਾਂਦੇ ਹੋ ਜਾਂ ਤੁਹਾਨੂੰ ਕਿਤੇ ਤੁਸੀਂ ਖੜੇ ਹੋ ਤਾਂ ਆਪਣੀ ਜਿਹੜੀ ਹੈ ਤੁਸੀਂ ਜਿਹੜੀ ਲਿਫਟ ਹੈ ਜਿਹੜੀ ਉਹ ਨਾ ਕਿਸੇ ਨੂੰ ਦਿਓ ਅਤੇ ਨਾ ਕਿਸੇ ਨੂੰ ਲਿਓ। ਇਹ ਕੋਈ ਜ਼ਰੂਰੀ ਨਹੀਂ ਹੈ ਵੀ ਜੋ ਮੈਂ ਤੁਹਾਨੂੰ ਫਾਰਮੂਲਾ ਦੱਸ ਦਿੱਤਾ ਇਹ ਪੱਕਾ ਹੀ ਫਾਰਮੂਲਾ ਹੈ, ਲੇਕਿਨ ਕੁਛ ਵਕਤ 'ਤੇ ਕੁਛ ਉਹ ਦੇਖਣਾ ਪੈਂਦਾ ਹੈ। ਲੇਕਿਨ ਅਣਜਾਣ ਬੰਦੇ ਨੂੰ ਨਾ ਤਾਂ ਲਿਫਟ ਦੇਣਾ ਨਾ ਕਿਸੇ ਤੋਂ ਲਿਫਟ ਲੈਣਾ। ਮੈਂ ਤੁਹਾਨੂੰ ਇੱਕ ਇਹਦੀ ਉਦਾਹਰਣ ਦੇ ਕੇ ਦੱਸਦਾ ਹਾਂ। ਮੇਰੇ ਕੋਲ ਇੱਕ ਕੇਸ ਆਇਆ, ਜਿਹੜਾ ਬੰਦਾ ਅਫੀਮ ਦੇ ਕੇਸ ਦੇ ਵਿੱਚ ਫਸ ਗਿਆ ਸੀ। ਉਸ ਨੇ ਕਿਸੇ ਬਜ਼ੁਰਗ ਲੇਡੀ ਨੂੰ ਜਿਹੜੀ ਹੈ ਲਿਫਟ ਦਿੱਤੀ ਸੀ। ਉਸ ਬਜ਼ੁਰਗ ਲੇਡੀ ਕੋਲ ਜਿਹੜਾ ਸੀ ਇੱਕ ਡੋਲੂ ਸੀ, ਉਸ ਡੋਲੂ ਦੇ ਵਿੱਚ ਅਫੀਮ ਸੀ। ਤਾਂ ਜਿਹੜਾ ਹੈ ਅੱਗੇ ਗਈ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀਗਾ, ਉੱਥੇ ਉਹ ਪਕੜਿਆ ਗਿਆ ਅਤੇ ਉਹ ਜਿਹੜੀ ਲੇਡੀ ਸੀ, ਬਜ਼ੁਰਗ ਲੇਡੀ ਸੀ, ਉਸਨੇ ਕਹਿ ਦਿੱਤਾ ਇਹ ਡੋਲੂ ਮੇਰਾ ਨਹੀਂ, ਇਹ ਇਹਨਾਂ ਦਾ ਅਤੇ ਉਹ ਵਿਚਾਰਾ ਜਿਹੜਾ ਇਸ ਮੁਕੱਦਮੇਬਾਜ਼ੀ ਦੇ ਵਿੱਚ ਉਲਝ ਕੇ ਰਹਿ ਗਿਆ। ਕੋਈ ਪਤਾ ਨਹੀਂ ਕੋਈ ਇਨਸਾਨ ਕਿੱਦਾਂ ਦਾ ਹੈ, ਤੁਹਾਨੂੰ ਕਿਸ ਤਰ੍ਹਾਂ ਦੀ ਉਹ ਪ੍ਰੋਬਲਮ ਕ੍ਰੀਏਟ ਕਰ ਦੇਗਾ। ਇਨਸਾਨ ਨੂੰ ਜ਼ਿੰਦਗੀ ਵਿੱਚ ਜਿੰਨੇ ਵੀ ਵੈਸੇ ਦੁੱਖ ਮਿਲਦੇ ਹਨ ਉਹ ਉਹਨਾਂ ਇਨਸਾਨਾਂ ਤੋਂ ਮਿਲਦੇ ਹਨ ਜਿਨ੍ਹਾਂ ਨੂੰ ਇਹ ਆਪਣਾ ਸਮਝਦਾ ਹੈ। ਇਸੇ ਕਰਕੇ ਜਿਹੜੇ ਹੈ ਜ਼ਿਆਦਾਤਰ ਜਿਹੜੇ ਆ ਪਰਿਵਾਰਾਂ ਦੇ ਵਿੱਚ ਜਿਹੜੇ ਝਗੜੇ ਚੱਲਦੇ ਹਨ ਅਤੇ ਕੋਰਟਾਂ ਦੀਆਂ ਜਿਹੜੀਆਂ ਭਰੀਆਂ ਪਈਆਂ ਨੇ ਮੁਕੱਦਮੇਬਾਜ਼ੀ ਨਾਲ। ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਲਿਟੀਗੇਸ਼ਨ ਚੱਲਦੀ ਹੈ ਉਹ ਮੀਆਂ ਬੀਬੀ ਦੀ ਚੱਲਦੀ ਹੈ। ਜਿਹੜੀ ਪਤਨੀ ਹੈ, ਸਮਾਜ ਹੈ, ਜੋ ਕਾਨੂੰਨ ਹੈ ਉਹ ਪਤਨੀ ਦਾ ਜਿਹੜਾ ਹੱਕ ਕਰਦਾ ਹੈ, ਪਤਨੀ ਉਸ ਕਾਨੂੰਨ ਦਾ ਜਿਹੜਾ ਹੈ ਨਜਾਇਜ਼ ਫਾਇਦਾ ਉਠਾਉਂਦੀ ਹੈ। ਇਸ ਦੇ ਸੰਬੰਧ ਵਿੱਚ ਮੈਂ ਤੁਹਾਡੇ ਨਾਲ ਅੱਗੇ ਗੱਲ ਕਰਾਂਗਾ। ਮੈਂ ਆਪਣੇ ਕਲਾਇੰਟਸ ਨੂੰ
ਜੋ ਵੀ ਐਡਵਾਈਸ ਕਰਦਾ ਹਾਂ, ਮੇਰੀ ਐਡਵਾਈਸ ਪਹਿਲਾਂ ਇਹ ਹੁੰਦੀ ਹੈ ਕਿ ਲਿਟੀਗੇਸ਼ਨ ਅਵੋਇਡ ਕੀਤੀ ਜਾ ਸਕੇ। ਅਗਰ ਤੁਸੀਂ ਲਿਟੀਗੇਸ਼ਨ ਅਵੋਇਡ ਕਰ ਲੈਂਦੇ ਹੋ ਔਰ ਉਸ ਦਾ ਅਵੋਇਡ ਕਰਨ ਦਾ ਤੁਹਾਨੂੰ ਤਰੀਕਾ ਮਿਲ ਜਾਂਦਾ ਹੈ ਤਾਂ ਇਸ ਦੇ ਵਰਗੇ ਕੋਈ ਗੱਲ ਨਹੀਂ ਹੈ। ਕਿਉਂ? ਲਿਟੀਗੇਸ਼ਨ ਦੇ ਨਾਲ ਤੁਹਾਨੂੰ ਤਿੰਨ ਚੀਜ਼ਾਂ ਜ਼ਰੂਰ ਮਿਲਣਗੀਆਂ। ਪੈਸੇ ਦੀ ਬਰਬਾਦੀ ਮਿਲੇਗੀ, ਵਕਤ ਦੀ ਬਰਬਾਦੀ ਮਿਲੇਗੀ ਔਰ ਜਿਹੜਾ ਤੁਹਾਡਾ ਸਮਾਂ ਹੈ ਉਹ ਬਰਬਾਦ ਹੋਏਗਾ। ਜੋ ਪੈਸਾ ਤੁਸੀਂ ਆਪਣੀ ਭਲਾਈ ਲਈ, ਆਪਣੇ ਪਰਿਵਾਰ ਦੀ ਭਲਾਈ ਲਈ ਜਿਹੜਾ ਤੁਸੀਂ ਵਰਤ ਸਕਦੇ ਸੀ, ਉਹ ਪੈਸਾ ਤੁਸੀਂ ਵਕੀਲਾਂ ਨੂੰ ਦੇ ਕੇ ਜਾਓਗੇ, ਕਚਹਿਰੀਆਂ ਦੇ ਵਿੱਚ ਕੋਰਟ ਫੀਸ ਦਿਓਗੇ, ਹੋਰ ਜੋ ਵੀ ਇੱਧਰ ਉੱਧਰ ਜਿੰਨੇ ਵੀ ਖਰਚੇ ਹੁੰਦੇ ਉਹ ਤੁਹਾਨੂੰ ਕੋਰਟ ਦੇ ਵਿੱਚ ਆ ਕੇ ਕਰਨੇ ਪੈਣਗੇ। ਜਿਹੜਾ ਤੋਂ ਮੁਕੱਦਮੇਬਾਜ਼ੀ ਹੈ ਜਿਹੜੀ ਛੇਤੀ ਖਤਮ ਨਹੀਂ ਹੁੰਦੀ, ਇਹਨੂੰ ਚਲਦਿਆਂ ਨੂੰ ਕਈ ਸਾਲ ਲੱਗ ਜਾਂਦੇ ਨੇ। ਅਗਰ ਜਦੋਂ ਕਈ ਸਾਲਾਂ ਬਾਅਦ ਤੁਹਾਨੂੰ ਕੋਈ ਰਿਲੀਫ ਮਿਲ ਵੀ ਗਿਆ ਤਾਂ ਉਸ ਰਿਲੀਫ ਦਾ ਕੀ ਲਾਭ? ਇਸ ਕਰਕੇ ਅਗਰ ਤੁਸੀਂ ਲਿਟੀਗੇਸ਼ਨ ਅਵੋਇਡ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ। ਇੱਕ ਪਰਿਵਾਰ ਜੋ ਇੱਕ ਛੱਤ ਥੱਲੇ ਇੱਕ ਘਰ ਦੇ ਵਿੱਚ ਰਹਿੰਦਾ ਹੈ, ਅਗਰ ਉਹਨਾਂ ਦਾ ਆਪਸ ਦੇ ਵਿੱਚ ਪਿਆਰ ਤੇ ਭਰੋਸਾ ਹੈ ਤਾਂ ਯਕੀਨ ਜਾਣਿਓ ਉਸ ਪਰਿਵਾਰ ਦੇ ਵਿੱਚ ਹਮੇਸ਼ਾ ਖੁਸ਼ੀ ਔਰ ਸੁੱਖ ਔਰ ਸ਼ਾਂਤੀ ਜਿਹੜੀ ਹੈ ਆਪਣੇ ਆਪ ਜਿਹੜੀ ਹੈ ਹੁੰਦੀ ਚਲੀ ਜਾਏਗੀ। ਜਦੋਂ ਪਿਆਰ ਨਹੀਂ ਰਹੇਗਾ ਤਾਂ ਜਿਹੜਾ ਹੈ ਉਹ ਪਰਿਵਾਰ ਜਿਹੜਾ ਹੈ ਬਰਬਾਦੀ ਵੱਲ ਤੁਰ ਜਾਏਗਾ। ਪਿਆਰ ਜਿਹੜਾ ਇਨਸਾਨ ਨੂੰ ਕੋਈ ਦੁਨੀਆ ਦੀ ਅਦਾਲਤ ਜੋ ਹੈ ਉਹ ਨਹੀਂ ਸਿਖਾ ਸਕਦੀ, ਕੋਈ ਵੀ ਨਹੀਂ ਸਿਖਾ ਸਕਦਾ। ਪਿਆਰ ਜਿਹੜਾ ਹੈ ਉਹ ਤੁਸੀਂ ਆਪਣੇ ਆਪ ਸਿੱਖਣਾ ਹੈ ਔਰ ਤੁਹਾਡੇ ਕੋਲ ਹਾਜ਼ਰ ਹੈ। ਐਸੀ ਕੋਈ ਗੱਲ ਨਹੀਂ ਤੁਸੀਂ ਪਿਆਰ ਤੋਂ ਸਿੱਖਣੇ ਹੋ, ਪਿਆਰ ਤੁਹਾਡੇ ਕੋਲ ਹੈ, ਬਹੁਤ ਹੈ। ਅਗਰ ਤੁਸੀਂ ਉਸ ਨੂੰ ਡਿਵੈਲਪ ਕਰ ਲੈਂਦੇ ਹੋ ਆਪਣੇ ਪਰਿਵਾਰ ਦੇ ਵਿੱਚ, ਇੱਕ ਯਕੀਨ, ਇੱਕ ਭਰੋਸਾ ਜਿਹੜਾ ਹੈ ਆਪਸ ਦੇ ਵਿੱਚ ਜਿਹੜਾ ਹੈ ਬਣਾ ਲੈਂਦੇ ਹੋ ਤਾਂ ਖੁਸ਼ੀ ਹੋਏਗੀ। ਜਿੰਨੇ ਪਰਿਵਾਰ ਇਸ ਦੁਨੀਆ 'ਤੇ ਖੁਸ਼ ਹੋਣਗੇ, ਖੁਸ਼ਹਾਲ ਹੋਣਗੇ, ਓਨਾ ਹੀ ਜਿਹੜਾ ਇਸ ਸੰਸਾਰ 'ਤੇ ਜਿਹੜਾ ਹੈ ਸੁੱਖ ਵਰਤੇਗਾ, ਖੁਸ਼ੀ ਰਹੇਗੀ, ਹਮੇਸ਼ਾ ਆਨੰਦ ਰਹੇਗਾ। ਅਗਰ ਤੁਹਾਡਾ ਕੋਈ ਸਾਰਿਆਂ ਨਾਲੋਂ ਵਧੀਆ ਗੁਰੂ ਜਾਂ ਸਲਾਹਕਾਰ ਜਿਸ ਤੋਂ ਤੁਹਾਨੂੰ ਵਧੀਆ ਸਲਾਹ ਮਿਲ ਸਕਦੀ ਹੈ, ਉਹ ਹੈ ਤੁਸੀਂ ਖੁਦ ਆਪ। ਕਿਉਂ? ਜਿਨ੍ਹਾਂ ਹਾਲਾਤਾਂ ਦੇ ਵਿੱਚ ਤੁਸੀਂ ਗੁਜ਼ਰ ਰਹੇ ਹੋ ਉਹਨਾਂ ਹਾਲਾਤਾਂ ਬਾਰੇ ਤੁਹਾਨੂੰ ਜਾਣਕਾਰੀ ਹੈ, ਤੁਹਾਡੇ ਹਾਲਾਤਾਂ ਬਾਰੇ ਤੁਹਾਨੂੰ ਕਿਸੇ ਨੂੰ ਨਹੀਂ ਜਾਣਕਾਰੀ ਹੈ। ਜਦੋਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ ਦੂਸਰਿਆਂ ਨਾਲ ਜਦੋਂ ਸਲਾਹ ਕਰਦੇ ਹੋ, ਉਹ ਜਿਹੜਾ ਇਨਸਾਨ ਹੈ ਉਹ ਆਪਣੀ ਜਾਣਕਾਰੀ, ਆਪਣੇ ਤਜਰਬੇ ਮੁਤਾਬਕ ਸਲਾਹ ਦੇਗਾ ਤੁਹਾਨੂੰ। ਇਹ ਕੋਈ ਜ਼ਰੂਰੀ ਨਹੀਂ ਹੈ ਉਸ ਦੀ ਸਲਾਹ ਜਿਹੜੀ ਹੈ ਤੁਹਾਡੇ ਹਾਲਾਤਾਂ ਨਾਲ ਮੇਚ ਖਾਂਦੀ ਹੋਵੇ। ਇਸ ਕਰਕੇ ਅਗਰ ਤੁਸੀਂ ਬੈਸਟ ਐਡਵਾਈਸ ਲੈਣੀ ਹੈ ਤਾਂ ਆਪਣੇ ਆਪ ਤੋਂ ਲਓ। ਜੇਕਰ ਤੁਸੀਂ ਕਿਸੇ ਵਕੀਲ ਕੋਲ ਵੀ ਜਾਓਗੇ ਸਲਾਹ ਕਰਨ ਵਾਸਤੇ, ਉਹ ਵਕੀਲ ਵੀ ਆਪਣੇ ਤਜਰਬੇ ਮੁਤਾਬਕ, ਆਪਣੇ ਐਕਸਪੀਰੀਅੰਸ ਮੁਤਾਬਕ, ਜੋ ਉਸਨੇ ਕੇਸਿਸ ਲੜੇ ਹੁੰਦੇ ਨੇ ਉਹਨਾਂ ਦੇ ਮੁਤਾਬਕ ਤੁਹਾਨੂੰ ਸਲਾਹ ਦੇਗਾ। ਵਕੀਲ ਲਈ ਬੇਸਿਕ ਮੁੱਦਾ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਪੈਸਾ, ਵੀ ਮੇਰੇ ਕੋਲ ਕੇਸ ਆਉਣਾ ਚਾਹੀਦਾ ਹੈ। ਲੇਕਿਨ ਜੋ ਮੈਂ ਚਾਹੁੰਦਾ ਹਾਂ ਵਕੀਲ ਨੂੰ ਇਹੋ ਜਿਹੀ ਐਡਵਾਈਸ ਦੇਣੀ ਚਾਹੀਦੀ ਹੈ ਤਾਂ ਜੋ ਉਹ ਲਿਟੀਗੇਸ਼ਨ ਜੋ ਹੈ ਅਵੋਇਡ ਕਰ ਸਕੇ ਅਤੇ ਉਸ ਨੂੰ ਪ੍ਰੋਪਰ ਜਿਹੜੀ ਹੈ ਸਲਾਹ ਮਿਲ ਸਕੇ। ਜ਼ਿਆਦਾਤਰ ਪਰਿਵਾਰ ਦੇ ਵਿੱਚ ਜਾਂ ਇਨਸਾਨ ਦੀ ਜ਼ਿੰਦਗੀ ਵਿੱਚ ਜਿਹੜੀਆਂ ਪ੍ਰੋਬਲਮਸ ਆਉਣਗੀਆਂ ਉਹ ਵਿਆਹ ਤੋਂ ਬਾਅਦ ਆਉਂਦੀਆਂ ਨੇ। ਤੁਹਾਨੂੰ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਜੋ ਇੱਕ ਲਾਈਨ ਲਿਖੀ ਹੋਈ ਹੈ ਤੁਹਾਨੂੰ ਸੁਣਾਉਣਾ, ਜਾ ਕੁਆਰੀ ਤਾਂ ਚਾਓ। ਜਦੋਂ ਇਨਸਾਨ ਕੁਆਰਾ ਹੁੰਦਾ ਤਾਂ ਉਸ ਨੂੰ ਵਿਆਹ ਕਰਨ ਦਾ ਜਿਹੜਾ ਹੈ ਚਾਹ ਹੁੰਦਾ ਹੈ, ਸ਼ੌਕ ਹੁੰਦਾ ਹੈ। ਵਿਆਹੀ ਤਾਂ ਮਾਮਲੇ, ਜਦੋਂ ਵਿਆਹ ਹੋ ਜਾਂਦਾ ਹੈ ਫਿਰ ਉਸ ਦੀ ਜ਼ਿੰਦਗੀ 'ਚ ਜਿਹੜੀਆਂ ਨੇ ਪ੍ਰੋਬਲਮਸ ਅਤੇ ਮਸਲੇ ਜਿਹੜੇ ਹੈ ਸ਼ੁਰੂ ਹੋ ਜਾਂਦੇ ਨੇ। ਫਰੀਦਾ ਇਹੋ ਪਛੋਤਾਓ ਵੱਤ ਕੁਵਾਰੀ ਨਾ ਥੀਏ। ਫਿਰ ਇਨਸਾਨ ਸਾਰੀ ਜ਼ਿੰਦਗੀ ਪਛਤਾਉਂਦਾ ਰਹਿੰਦਾ ਹੈ ਔਰ ਮੁੜ ਕੇ ਉਹ ਜਿਹੜਾ ਹੈ ਕੁਆਰਾ ਨਹੀਂ ਹੁੰਦਾ। ਵਿਆਹ ਆਪਣੇ ਸਮਾਜ ਦੇ ਵਿੱਚ ਜੋ ਪੇਸ਼ ਕੀਤਾ ਜਾਂਦਾ ਹੈ, ਬੈਂਡ ਬਾਜਿਆਂ ਨਾਲ ਪੇਸ਼ ਕੀਤਾ ਜਾਂਦਾ ਹੈ, ਉਹ ਜਿਹੜਾ ਹੈ ਕਿਉਂ ਇਹ ਨੈਗੇਟਿਵ ਚੀਜ਼ ਹੈ। ਇਹ ਇਨਸਾਨ ਦੀ ਜ਼ਿੰਦਗੀ 'ਚ ਪ੍ਰੋਬਲਮਸ ਲਿਆਉਂਦੀ ਹੈ। ਇਨਸਾਨ ਨੂੰ ਲੱਗਦਾ ਹੈ ਉਸ ਵੇਲੇ ਇਹ ਬਹੁਤ ਖੁਸ਼ ਹੋ ਜਾਂਦਾ ਹੈ, ਲੇਕਿਨ ਬਾਅਦ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦਾ ਇਹਨੂੰ ਧਿਆਨ ਨਹੀਂ ਹੁੰਦਾ। ਇਸ ਕਰਕੇ ਜੋ ਇਨਸਾਨ ਦੀ ਪ੍ਰੋਬਲਮਸ ਦੀ ਜਾਂ ਮਸਲਿਆਂ ਦੀ ਜੜ ਹੈ ਉਹ ਹੈ ਵਿਆਹ। ਜੇਕਰ ਤੁਸੀਂ ਵਿਆਹ ਉਸ ਵੇਲੇ ਫਾਊਂਡੇਸ਼ਨ ਜਿਹੜੀ ਬੰਨਣੀ ਹੈ ਉਸ ਨੂੰ ਠੀਕ ਬੰਨ ਲਓ ਤਾਂ ਤੁਹਾਡਾ ਜਿਹੜਾ ਹੈ ਅੱਗੇ ਜਿਹੜਾ ਜੀਵਨ ਜਿਹੜਾ ਹੈ ਸੁਖਮਈ ਹੋਏਗਾ। ਆਪਣੇ ਜੀਵਨ ਨੂੰ, ਆਪਣੇ ਸਾਥੀ ਨੂੰ ਤੁਸੀਂ ਵਿਆਹ ਦਾ ਆਧਾਰ ਨਾ ਬਣਾਓ, ਉਸ ਨੂੰ ਪਿਆਰ ਦਾ ਆਧਾਰ ਬਣਾਓ। ਜਿਸ ਤਰ੍ਹਾਂ ਜੇਕਰ ਤੁਸੀਂ ਸ਼ਾਦੀ ਕਰਨੀ ਹੈ ਤਾਂ ਉਸ ਨੂੰ ਜਿਹੜਾ ਹੈ ਭਾਵੇਂ ਰੀਤੀ ਰਿਵਾਜ ਆਪਣੇ ਕਰ ਲਵੋ, ਪਰੰਤੂ ਬਹੁਤਾ ਅਡੰਬਰ ਨਾ ਕਰੋ। ਇੱਕ ਸਿੰਪਲ ਅਤੇ ਸਾਦਾ ਵਿਆਹ ਧਾਰਮਿਕ ਸਥਾਨ ਜਿਹੜਾ ਤੁਹਾਡਾ ਰੀਤੀ ਰਿਵਾਜ ਹੈ ਉਸ ਦੇ ਮੁਤਾਬਕ ਜਾ ਕੇ ਕਰਵਾ ਕੇ ਆਪਣੇ ਘਰ ਵਿੱਚ ਆ ਜਾਓ। ਕੀ ਤੁਹਾਨੂੰ ਇੰਨੀ ਜਿਹੜੀ ਹੈ ਮਜਬੂਰੀ ਹੈ ਕਿ ਤੁਹਾਨੂੰ ਦਾਜ ਲੈਣਾ ਜ਼ਰੂਰੀ ਹੈ? ਇਹ ਗੱਲ ਜੋ ਹੈ ਇਹ ਜਿਹੜਾ ਹੈ ਕਹਿਣੀ ਬਹੁਤ ਆਸਾਨ ਹੈ ਲੇਕਿਨ ਕਰਨੀ ਬਹੁਤ ਮੁਸ਼ਕਿਲ ਹੈ। ਉਹਦਾ ਰੀਜ਼ਨ ਇਹ ਹੈ ਜੋ ਕੁਝ ਸਾਡੇ ਆਲੇ ਦੁਆਲੇ ਸਮਾਜ ਦੇ ਵਿੱਚ ਹੁੰਦਾ ਹੈ
ਉਹ ਜਿਹੜਾ ਹੈ ਸਾਡੇ ਮਾਈਂਡ ਦੇ ਵਿੱਚ ਘਰ ਕਰ ਜਾਂਦਾ ਹੈ। ਸਾਡਾ ਜਿਹੜਾ ਮਨ ਹੈ ਉਹਨਾਂ ਗੱਲਾਂ ਦੇ ਵਿੱਚ ਕੰਡੀਸ਼ਨਡ ਹੋ ਜਾਂਦਾ ਹੈ। ਇਸ ਕਰਕੇ ਅਸੀਂ ਵੀ ਉਹ ਸਮਝਦੇ ਹਾਂ ਵੀ ਸ਼ਾਇਦ ਬਹੁਤ ਵਧੀਆ ਗੱਲ ਹੈ। ਉਹ ਤਾਂ ਕੁਝ ਸਮੇਂ ਦੀ ਗੱਲ ਹੁੰਦੀ ਹੈ। ਅਗਰ ਤੁਸੀਂ ਹਿੰਮਤ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਸਿੰਪਲੀਸਿਟੀ ਲੈ ਆਓ ਤਾਂ ਯਕੀਨ ਜਾਣਿਓ ਕੁੜੀ ਵਾਲਿਆਂ ਨੂੰ ਵੀ ਕੱਲ੍ਹ ਨੂੰ ਕੋਈ ਇਹੋ ਜਿਹਾ ਬਹਾਨਾ ਨਹੀਂ ਮਿਲੇਗਾ ਤਾਂ ਜੋ ਤੁਹਾਡੇ 'ਤੇ ਤੁਹਮਤਾਂ ਲਗਾ ਸਕਣ। ਜਿੰਨੀਆਂ ਵੀ ਹੁਣ ਕੰਪਲੇਂਟਸ ਆ ਰਹੀਆਂ ਨੇ ਤਕਰੀਬਨ 90-95% ਕੋਰਟ ਦੇ ਵਿੱਚ ਕੁੜੀਆਂ ਵੱਲੋਂ ਝੂਠੇ ਮੁਕੱਦਮੇਬਾਜ਼ੀ ਕੀਤੀ ਜਾਂਦੀ ਹੈ, ਵਧਾ ਚੜ੍ਹਾ ਕੇ ਕੀਤੀ ਜਾਂਦੀ ਹੈ। ਪਤੀ ਨੂੰ ਅਤੇ ਪਰਿਵਾਰ ਨੂੰ ਬਲੈਕਮੇਲ ਕਰਨ ਵਾਸਤੇ, ਉਹ ਤੋਂ ਪੈਸਾ ਐਂਠਣ ਵਾਸਤੇ ਜਿਹੜਾ ਹੈ ਇਹ ਸਾਰਾ ਕੰਮ ਕੀਤਾ ਜਾਂਦਾ ਹੈ। ਤੁਸੀਂ ਇਹ ਸਮਝ ਲਓ, ਮੈਂ ਇਸ ਗੱਲ ਨੂੰ ਕਹਿਣਾ ਨਹੀਂ ਚਾਹੁੰਦਾ ਕਿ ਜੋ ਔਰਤ ਜਿਹੜੇ ਹੈ, ਜੋ ਕੁੜੀ ਦਾ ਜਾਂ ਜੋ ਪੇਕਾ ਪਰਿਵਾਰ ਹੈ, ਅਗਰ ਪੈਸੇ ਲੈਣ ਦੀ ਖਾਤਰ ਇਹ ਸਾਰੇ ਕੁਝ ਝੂਠੇ ਇਲਜ਼ਾਮ ਲਗਾ ਰਿਹਾ ਹੈ ਤਾਂ ਇਹ ਦੱਸੋ ਉਹ ਕੀ ਕਰ ਰਹੇ ਹਨ? ਕੀ ਇਹ ਗੱਲ ਸ਼ੋਭਾ ਦਿੰਦੀ ਹੈ? ਕੀ ਇਹ ਗੱਲ ਨੀਅਤ ਦੇ ਵਿੱਚ ਆਉਂਦੀ ਹੈ? ਕੀ ਜੋ ਇਨਸਾਨ ਜ਼ਮੀਰ ਵਾਲਾ ਹੈ ਉਹ ਇਹੋ ਜਿਹੇ ਕੰਮ ਕਰੇਗਾ? ਤੁਹਾਡਾ ਜਿਹੜਾ ਜੀਵਨ ਹੈ ਇਹ ਸੁਖੀ ਚੱਲਣਾ ਚਾਹੀਦਾ ਹੈ। ਅਗਰ ਨਾ ਚਾਹੁੰਦੇ ਹੋਏ ਵੀ ਤੁਹਾਡੀ ਅਗਰ ਪਤਨੀ ਨਾਲ ਕੋਈ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਔਰ ਪਤਨੀ ਤੁਹਾਡੇ ਕੋਲੋਂ ਨਾਰਾਜ਼ ਹੋ ਕੇ ਚਲੀ ਜਾਂਦੀ ਹੈ ਔਰ ਤੁਹਾਡੀ ਹਾਲੇ ਮੁਕੱਦਮੇਬਾਜ਼ੀ ਨਹੀਂ ਸ਼ੁਰੂ ਹੋਈ ਤਾਂ ਉਦੋਂ ਜਿਹੜਾ ਹੈ ਤੁਸੀਂ ਕੱਛੂ ਦੀ ਰਣਨੀਤੀ ਅਪਣਾਓ। ਕੱਛੂ ਕੀ ਹੁੰਦਾ ਹੈ? ਕੱਛੂ 'ਤੇ ਜਦੋਂ ਕੋਈ ਖਤਰਾ ਆਉਂਦਾ ਹੈ ਤਾਂ ਉਹ ਜਿਹੜਾ ਹੈ ਲੁਕ ਕੇ ਬੈਠ ਜਾਂਦਾ ਹੈ। ਜਦੋਂ ਜਿਹੜਾ ਖਤਰਾ ਟਲ ਜਾਂਦਾ ਹੈ ਤਾਂ ਉਹ ਜਿਹੜਾ ਹੈ ਉੱਥੋਂ ਉੱਠ ਕੇ ਤੁਰ ਪੈਂਦਾ ਹੈ। ਕੱਛੂ ਦੀ ਉਮਰ ਬਹੁਤ ਲੰਬੀ ਉਮਰ ਹੁੰਦੀ ਹੈ। ਉਹਦੇ ਜੀਵਨ ਦਾ ਰਾਜ ਇਹੀ ਹੈ ਵੀ ਉਹ ਜਦ ਤੁਸੀਂ ਉਹਨੂੰ ਦੇਖੋ, ਤੁਰਦੇ ਨੂੰ ਦੇਖੋ, ਖਾਂਦੇ ਨੂੰ ਦੇਖੋ, ਨਾ ਤਾਂ ਉਹਦਾ ਤੁਰਨਾ ਮਹਿਸੂਸ ਹੁੰਦਾ ਹੈ ਤੇ ਨਾ ਹੀ ਉਹਦਾ ਖਾਣਾ ਮਹਿਸੂਸ ਹੁੰਦਾ ਹੈ। ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਕੱਛੂ ਬਣੋ ਤਾਂ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਸੁੱਖ ਔਰ ਸ਼ਾਂਤੀ ਆ ਸਕੇ, ਤੁਹਾਡਾ ਵੀ ਜੀਵਨ ਜਿਹੜਾ ਹੈ ਵਧੀਆ ਤੇ ਲੰਮੇਰਾ ਹੋ ਸਕੇ। ਜਦੋਂ ਇਸ ਤਰ੍ਹਾਂ ਦੀ ਕੋਈ ਪਤੀ ਪਤਨੀ ਦੇ ਵਿੱਚ ਆਪਸ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਤਾਂ ਜਿਹੜਾ ਹੈ ਪਤੀ ਜਿਹੜਾ ਹੈ ਭੱਜਣਾ ਨੱਠਣਾ ਸ਼ੁਰੂ ਕਰ ਦਿੰਦਾ ਹੈ। ਉਹ ਕਈਆਂ ਨਾਲ ਸਲਾਹ ਕਰਦਾ ਹੈ, ਕਈ ਵਕੀਲਾਂ ਨਾਲ ਸਲਾਹ ਕਰਦਾ ਹੈ, ਕਈ ਆਲੇ ਦੁਆਲੇ ਗੱਲ ਕਰਦਾ ਹੈ। ਕਦੇ ਵੀ ਇਹੋ ਜਿਹੇ ਚੱਕਰ 'ਚ ਨਾ ਪਿਓ। ਕਦੇ ਕਿਸੇ ਨਾਲ ਕੋਈ ਸਲਾਹ ਕਰਨ ਦੀ ਲੋੜ ਨਹੀਂ। ਆਪਣੇ ਅੰਦਰ ਛਾਤੀ ਪੱਟ ਮਾਰਿਓ, ਆਪਣਾ ਕੱਛੂ ਵਾਂਗੂ ਬੈਠ ਕੇ ਆਪਣਾ ਜੋ ਤੁਹਾਡੀ ਪ੍ਰੋਬਲਮ ਆਈ ਹੈ ਉਹਨੂੰ ਦੇਖੋ ਕਿਵੇਂ ਸੋਲਵ ਕੀਤਾ ਜਾ ਸਕਦਾ ਹੈ। ਇਹ ਕਦੇ ਨਹੀਂ ਹੈ ਜਿਹੜੀ ਤੁਹਾਡੀ ਪ੍ਰੋਬਲਮ ਆਈ ਹੈ ਉਹ ਸੋਲਵ ਨਹੀਂ ਹੋ ਸਕਦੀ ਹੈ। ਅਗਰ ਤੁਸੀਂ ਲਿਟੀਗੇਸ਼ਨ ਸਟਾਰਟ ਕੀਤੀ ਤਾਂ ਸਮਝ ਲਓ ਤੁਸੀਂ ਜਿਹੜਾ ਹੈ ਪ੍ਰੋਬਲਮਸ ਦੇ ਵਿੱਚ ਸ਼ੁਰੂ ਹੋ ਗਏ, ਤੁਹਾਡੀਆਂ ਪ੍ਰੋਬਲਮਸ ਸ਼ੁਰੂ ਹੋ ਗਈਆਂ ਤਾਂ ਪਤਨੀ ਵੱਲੋਂ ਕਈ ਤਰ੍ਹਾਂ ਦੇ ਕੇਸ ਤੁਹਾਡੇ ਖਿਲਾਫ ਫਾਈਲ ਕਰ ਦਿੱਤੇ ਜਾਣਗੇ। ਕਈ ਜਿਹੜੇ ਨੇ ਸਲਾਹਾਂ ਕਰਦੇ ਨੇ, ਉਹਨਾਂ ਨੂੰ ਸਲਾਹ ਮਿਲਦੀ ਹੈ ਵੀ ਤੁਸੀਂ ਆਪਣੇ ਆਪ ਨੂੰ ਬੇਦਖਲ ਕਰਾ ਲਓ, ਮਾਤਾ ਪਿਤਾ ਆਪਣੇ 'ਤੇ ਖਰਚੇ ਦਾ ਕੇਸ ਕਰਵਾ ਲਿਓ। ਯਕੀਨ ਜਾਣਿਓ ਤੁਸੀਂ ਆਪਣੇ ਵੱਲੋਂ ਕੋਈ ਸਟੈਪ ਨਾ ਚੁੱਕਿਓ। ਜੋ ਲੀਗਲ ਪ੍ਰੋਪੋਜੀਸ਼ਨ ਹੈ, ਜੋ ਕਾਨੂੰਨ ਦੀ ਕਾਰਵਾਈ ਹੈ ਉਹ ਆਪਣੇ ਹਿਸਾਬ ਨਾਲ ਚੱਲਦਾ ਹੈ। ਕਾਨੂੰਨ ਦੀ ਕਾਰਵਾਈ ਦੇਖਿਓ ਵੀ ਇਹ ਕਿਸ ਤਰ੍ਹਾਂ ਚੱਲਦੀ ਹੈ, ਕੀ ਹੈ। ਕਿਸੇ ਵਕੀਲ ਨਾਲ ਪ੍ਰੋਪਰ ਸਲਾਹ ਲੈ ਲਿਓ ਤਾਂ ਜੋ ਤੁਸੀਂ ਜਿਹੜਾ ਹੈ ਇਸ ਚੀਜ਼ ਨੂੰ ਅੱਗੇ ਅਵੋਇਡ ਕਰ ਸਕਿਓ। ਇਹਨਾਂ ਗੱਲਾਂ ਕਰਨ ਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਮਿਲੇਗਾ। ਕੋਰਟਸ ਸਾਰੀਆਂ ਗੱਲਾਂ ਨੂੰ ਸਮਝਦੀ ਹੈ। ਕੋਰਟਸ ਦੇ ਲਈ ਦੋਨੇ ਇਨਸਾਨ ਜਿਹੜੇ ਨੇ ਬਰਾਬਰ ਨੇ। ਭਾਵੇਂ ਜਿਹੜਾ ਕਾਨੂੰਨ ਬਣਾਇਆ ਜਾਂਦਾ ਹੈ ਉਹ ਸਮਾਜ ਦੀ ਭਲਾਈ ਲਈ ਬਣਾਇਆ ਜਾਂਦਾ ਹੈ, ਲੇਕਿਨ ਜਿਹੜਾ ਹੈ ਉਸ ਕਾਨੂੰਨ ਨੂੰ ਜਿਹੜਾ ਹੈ ਲੋਕ ਜਿਹੜਾ ਹੈ ਦੁਰਉਪਯੋਗ ਕਰਨਾ ਸ਼ੁਰੂ ਕਰ ਦਿੱਤਾ। ਪਤਨੀਆਂ ਵੱਲੋਂ ਜ਼ਿਆਦਾਤਰ ਜਿਹੜਾ ਹੈ ਕਾਨੂੰਨ ਦਾ ਦੁਰਉਪਯੋਗ ਕੀਤਾ ਜਾਂਦਾ ਹੈ। ਗੱਲਾਂ ਨੂੰ ਵਧਾ ਚੜ੍ਹਾ ਕੇ ਰੁਪਈਆ 2 ਲੱਖ ਰੁਪਇਆ ਨਹੀਂ ਲਾਇਆ ਹੁੰਦਾ, ਕਹਿਣਗੇ ਅਸੀਂ 20 ਲੱਖ ਰੁਪਇਆ ਲਾ ਦਿੱਤਾ। ਇਹਨਾਂ ਗੱਲਾਂ ਦੇ ਕੋਰਟ ਦੇ ਵਿੱਚ ਸਬੂਤ ਦੇਣਾ ਹੁੰਦਾ ਹੈ। ਅਗਰ ਮੰਨ ਲਓ ਪਤਨੀ ਨੇ ਤੁਹਾਡੇ ਖਿਲਾਫ ਕੋਈ ਝੂਠੀ ਕੰਪਲੇਂਟ ਕਰ ਦਿੱਤੀ ਜਾਂ ਝੂਠਾ ਕੇਸ ਫਾਈਲ ਕਰ ਦਿੱਤਾ ਤਾਂ ਤੁਸੀਂ ਉਸ ਨੂੰ ਨਜਿੱਠਣ ਦਾ ਜਿਹੜਾ ਹੈ ਉਪਰਾਲਾ ਕਰਿਓ। ਉਸ ਨੂੰ ਨਜਿੱਠਣਾ ਕਿਵੇਂ ਹੈ ਇਹ ਸੋਚਿਓ। ਜਲਦੀ ਨਾ ਕਰਿਓ, ਕਾਹਲੀ ਨਾ ਕਰਿਓ। ਕਾਹਲੀ ਦੇ ਵਿੱਚ ਕੋਈ ਸਟੈਪ ਨਹੀਂ ਚੁੱਕਣਾ। ਜਦੋਂ ਵੀ ਤੁਸੀਂ ਕੋਈ ਸਟੈਪ ਚੁੱਕਣਾ ਹੈ ਤਾਂ ਉਸ ਨੂੰ ਸੋਚ ਸਮਝ ਕੇ ਵਿਚਾਰ ਕੇ ਫਿਰ ਚੁੱਕਿਓ ਤਾਂ ਜੋ ਤੁਹਾਡੀਆਂ ਜਿਹੜੀਆਂ ਹੈ ਪ੍ਰੋਬਲਮਸ ਜੋ ਸ਼ੁਰੂ ਹੋਈ ਹੈ ਉਸ ਪ੍ਰੋਬਲਮ ਨੂੰ ਨਜਿੱਠਣ ਦਾ ਹੌਸਲਾ ਤੁਹਾਡੇ ਅੰਦਰ ਆਉਣਾ ਚਾਹੀਦਾ ਹੈ। ਅਗਰ ਤੁਸੀਂ ਜ਼ਿੰਦਗੀ ਦੀਆਂ ਪ੍ਰੋਬਲਮਸ ਨੂੰ ਨਜਿੱਠ ਸਕਦੇ ਹੋ ਤਾਂ ਸੋਲਵ ਕਰ ਸਕਦੇ ਹੋ ਤਾਂ ਯਕੀਨ ਜਾਣਿਓ ਤੁਸੀਂ ਨਿਰਭੈਤਾ ਨਾਲ ਹੀ ਉਹਨਾਂ ਨਾਲ ਡੀਲ ਕਰ ਸਕਦੇ ਹੋ। ਅਗਰ ਤੁਸੀਂ ਡਰ ਗਏ ਤਾਂ ਜਿਹੜਾ ਹੈ ਉਸ ਨੂੰ ਤੁਸੀਂ ਪ੍ਰੋਬਲਮ ਨੂੰ ਸੋਲਵ ਨਹੀਂ ਕਰ ਸਕਦੇ। ਪ੍ਰੋਬਲਮ ਹੈਗੀਆਂ ਨੇ, ਮੈਂ ਇਹ ਨਹੀਂ ਕਹਿੰਦਾ ਨਹੀਂ ਹੈਗੀਆਂ, ਕਿਉਂ ਜਿਸ ਇਨਸਾਨ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਉਹੀ ਇਨਸਾਨ ਉਸ ਨੂੰ ਸਮਝ ਸਕਦਾ ਹੈ। ਉਸ ਇਨਸਾਨ ਤੋਂ ਇਲਾਵਾ ਦੂਸਰਾ ਇਨਸਾਨ ਉਹਦੀ ਪ੍ਰੋਬਲਮ ਨਹੀਂ ਸਮਝ ਸਕਦਾ। ਇਸ ਕਰਕੇ ਆਪਣੇ ਗੁਰੂ ਆਪ ਬਣਿਓ। ਇਹ ਪ੍ਰੋਬਲਮ ਦੇਖੋ ਉਹਦੀ ਸ਼ੁਰੂਆਤ ਕਿੱਥੋਂ ਹੋਈ ਹੈ। ਪ੍ਰੋਬਲਮ ਦੀ ਸ਼ੁਰੂਆਤ ਹੀ ਨਾ ਹੋਣ ਦਿਓ। ਵਿਆਹ ਤੋਂ ਬਾਅਦ
ਅਗਰ ਤੁਹਾਡੇ ਮਨ ਦੇ ਵਿੱਚ ਕੋਈ ਭਾਵਨਾਵਾਂ ਨੇ ਜਾਂ ਕੋਈ ਜ਼ਿੰਦਗੀ ਤੁਹਾਡੀ ਟੁੱਟਦੀ ਹੈ, ਤੁਹਾਨੂੰ ਕੁਝ ਕਰਨ ਵਾਸਤੇ ਕਹਿਣਾ ਹੁੰਦਾ ਹੈ ਜਾਂ ਪਤਨੀ ਕੁਝ ਕਰਨ ਵਾਸਤੇ ਕਹਿੰਦੀ ਹੈ, ਤਾਂ ਕਦੇ ਤਲਖੀ ਦੇ ਵਿੱਚ ਨਾ ਆਇਓ। ਜਦੋਂ ਤੁਸੀਂ ਗੁੱਸੇ ਵਿੱਚ ਆਓਗੇ ਜਾਂ ਤਲਖੀ ਵਿੱਚ ਆਓਗੇ ਤਾਂ ਜਿਹੜੀ ਹੈ ਤੁਸੀਂ ਆਪਣੀਆਂ ਪ੍ਰੋਬਲਮਸ ਨੂੰ ਹੋਰ ਵਧਾ ਲਓਗੇ। ਲੜਕੀ ਹੈ, ਆਪਣੇ ਪਰਿਵਾਰ ਨੂੰ ਛੱਡ ਕੇ ਆਈ ਹੈ, ਉਸਦੇ ਵੀ ਕੁਝ ਅਰਮਾਨ ਨੇ। ਉਸ ਨੂੰ ਕੋਸ਼ਿਸ਼ ਕਰੋ ਤੁਹਾਡੇ ਆਪਣੇ ਪਰਿਵਾਰ ਦੇ ਵਿੱਚ ਜਿਹੜੀ ਹੈ ਉਹ ਐਡਜਸਟ ਹੋ ਜਾਵੇ। ਉਹ ਐਡਜਸਟਮੈਂਟ ਕਰਨ ਨੂੰ ਬਹੁਤ ਸਮਾਂ ਲੱਗਦਾ ਹੈ, ਕੋਈ ਬਹੁਤ ਵਕਤ ਲੱਗਦਾ ਹੈ। ਜਿਹੜੀ ਲੜਕੀ ਜਿਹੜੇ ਸੰਸਕਾਰ ਉਸ ਪਰਿਵਾਰ ਦੇ ਵਿੱਚ ਸਨ, ਜੋ ਵਤੀਰਾ ਲੜਕੀ ਦੇ ਪਰਿਵਾਰ ਸੀ, ਤੁਹਾਡੇ ਪਰਿਵਾਰ ਦੇ ਵਿੱਚ ਉਸ ਨੂੰ ਦੇਖਣ ਵਾਸਤੇ, ਇਖਤਿਆਰ ਕਰਨ ਵਾਸਤੇ ਉਹਨੂੰ ਬਹੁਤ ਵਕਤ ਲੱਗੇਗਾ। ਕੋਸ਼ਿਸ਼ ਕਰੋ ਐਡਜਸਟ ਕਰਨ ਦੀ, ਕਿਉਂ ਲੜਕੀ ਨੂੰ ਕਸ਼ਿਸ਼ ਜਿਹੜੀ ਹੁੰਦੀ ਹੈ ਪਹਿਲਾਂ ਆਪਣੇ ਮਾਂ-ਬਾਪ ਵੱਲ ਹੁੰਦੀ ਹੈ। ਉਹ ਜਦੋਂ ਬੂਟਾ ਇੱਕ ਦੂਜੀ ਤੋਂ ਪੱਟ ਕੇ ਦੂਜੀ ਜਗ੍ਹਾ 'ਤੇ ਲਗਾਇਆ ਜਾਂਦਾ ਹੈ ਤਾਂ ਉਹਨੂੰ ਜੜ੍ਹਾਂ ਫੜਨ ਵਾਸਤੇ ਕੁਝ ਟਾਈਮ ਲੱਗ ਜਾਂਦਾ ਹੈ। ਕਈ ਵਾਰੀ ਕਈ ਸਾਲ ਨਿਕਲ ਜਾਂਦੇ ਨੇ, ਉਹ ਜੜ੍ਹਾਂ ਪੱਕੀਆਂ ਮਜ਼ਬੂਤ ਨਹੀਂ ਹੁੰਦੀਆਂ। ਜਦੋਂ ਲੜਕੀ ਦੀਆਂ ਜੜ੍ਹਾਂ ਸਹੁਰੇ ਪਰਿਵਾਰ ਦੇ ਵਿੱਚ ਪੱਕੀਆਂ ਤੇ ਮਜ਼ਬੂਤ ਹੋ ਜਾਣਗੀਆਂ ਤਾਂ ਯਕੀਨ ਜਾਣਿਓ ਉਸ ਨੂੰ ਆਪਣਾ ਪੇਕੇ ਪਰਿਵਾਰ ਵੀ ਜਾਣ ਲੱਗੇ ਜਿਹੜੀ ਹੈ ਉਹਨੂੰ ਨਹੀਂ ਅੱਛਾ ਲੱਗੇਗਾ। ਉਹ ਆਪਣੇ ਜਿਹੜਾ ਹੈ ਪਰਿਵਾਰ ਨੂੰ ਛੱਡ ਕੇ ਨਹੀਂ ਜਾਏਗੀ। ਉਹਨੂੰ ਇਹੀ ਲੱਗੇਗਾ ਮੇਰੇ ਬੱਚੇ, ਮੇਰਾ ਪਤੀ, ਇਹੀ ਜਿਹੜਾ ਹੈ ਮੇਰਾ ਪਰਿਵਾਰ ਹੈ। ਪਰਿਵਾਰ ਹਮੇਸ਼ਾ ਜਿਹੜਾ ਹੈ ਉਹ ਪਿਆਰ ਨਾਲ ਚੱਲਦਾ ਹੈ। ਅੱਜ ਦੀ ਜੋ ਮੈंने ਵੀਡੀਓ ਬਣਾਈ ਹੈ ਆਪਣੇ ਤਜਰਬੇ ਮੁਤਾਬਕ, ਜੋ ਮੈਂ ਕੋਰਟਾਂ ਦੇ ਵਿੱਚ ਹੁੰਦਾ ਹੈ ਪ੍ਰੈਕਟੀਕਲ ਲੈਵਲ ਤੇ ਜਿਹੜੀ ਹੈ ਤੁਹਾਡੇ ਨਾਲ ਜ਼ਿਕਰ ਕੀਤੀ ਹੈ। ਮੇਰੀ ਕੋਸ਼ਿਸ਼ ਹੁੰਦੀ ਹੈ ਤੁਸੀਂ ਲਿਟੀਗੇਸ਼ਨ ਅਵੋਇਡ ਕਰ ਲਿਓ। ਜਿੱਥੋਂ ਤੱਕ ਦੁੱਖ ਦਾ ਸੰਬੰਧ ਹੈ, ਤੁਸੀਂ ਇਹ ਨਾ ਸਮਝਿਓ ਵੀ ਇੱਥੇ ਜਿਹੜਾ ਹੈ ਦੁੱਖ ਸਿਰਫ ਤੁਹਾਡੇ ਕੋਲ ਹੀ ਹੈ। ਤੁਹਾਨੂੰ ਮੈਂ ਫਰੀਦ ਜੀ ਦੀ ਗੱਲ ਸੁਣਾਉਣਾ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜੱਗ, ਉੱਚੇ ਚੜ੍ਹ ਕੇ ਵੇਖਿਆ ਤਾਂ ਕਰ ਕਰ ਇਹ ਅੱਗ। ਹਰ ਪਰਿਵਾਰ ਦੇ ਵਿੱਚ, ਹਰ ਘਰ ਦੇ ਵਿੱਚ ਇਹ ਪ੍ਰੋਬਲਮਸ ਹੈਗੀਆਂ ਨੇ। ਬੱਚਿਆਂ ਦੀਆਂ ਮਾਂ-ਬਾਪ ਨਾਲ ਨਹੀਂ ਬਣਦੀ, ਮਾਂ-ਬਾਪ ਦੇ ਬੱਚੇ ਨਹੀਂ ਖੁਸ਼ ਹੈਗੇ। ਇਸ ਨੂੰ ਜਿਹੜਾ ਹੈ ਇੱਕ ਦੂਜੇ ਦੇ ਵਿੱਚ ਜਦੋਂ ਤੁਸੀਂ ਪਿਆਰ ਕਰੋਗੇ, ਇੱਕ ਦੂਜੇ ਨੂੰ ਸਮਝੋਗੇ, ਤਾਂ ਹੀ ਜਿਹੜਾ ਹੈ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਤੁਸੀਂ ਦੂਰ ਕਰ ਸਕਦੇ ਹੋ। ਕਿਉਂ? ਤੁਸੀਂ ਆਪਣੇ ਜਿਹੜਾ ਹੈ ਸੁਭਾਅ, ਆਪਣਾ ਸੰਸਕਾਰ, ਤੁਸੀਂ ਆਪਣੀ ਨੇਚਰ ਕੁਦਰਤ ਤੋਂ ਲੈ ਕੇ ਪੈਦਾ ਹੋਏ ਹੋ। ਇਸੇ ਤਰ੍ਹਾਂ ਜਿਹੜੀ ਪਤਨੀ ਹੈ ਉਹ ਆਪਣੀ ਨੇਚਰ, ਆਪਣਾ ਸੁਭਾਅ ਕੁਦਰਤ ਤੋਂ ਲੈ ਕੇ ਪੈਦਾ ਹੋਈ ਹੈ। ਜਿਹੜਾ ਬੱਚਾ ਹੈ ਉਹ ਵੀ ਯੂਨੀਕ ਹੈ। ਉਹ ਆਪਣੀ ਨੇਚਰ, ਉਹ ਆਪਣਾ ਸੁਭਾਅ ਕੁਦਰਤ ਤੋਂ ਕਹਿ ਲਓ, ਪਰਮਾਤਮਾ ਤੋਂ ਕਹਿ ਲਓ, ਈਸ਼ਵਰ ਤੋਂ ਕਹਿ ਲਓ, ਅੱਲਾ ਤੋਂ ਕਹਿ ਲਓ, ਜੋ ਮਰਜ਼ੀ ਕਹਿ ਲਓ, ਇਸ ਸੰਸਾਰ ਦੇ ਵਿੱਚ ਇੱਕ ਹੈ। ਉਹ ਹਰ ਇਨਸਾਨ ਜਿਹੜਾ ਹੈ ਆਪਣੀ ਨੇਚਰ, ਆਪਣਾ ਸੁਭਾਅ ਲੈ ਕੇ ਪੈਦਾ ਹੁੰਦਾ ਹੈ। ਹਰ ਇਨਸਾਨ ਯੂਨੀਕ ਹੈ। ਤੁਸੀਂ ਕਿਸੇ ਨੂੰ ਆਪਣੇ ਮੁਤਾਬਕ ਨਾ ਚਲਾਓ, ਨਾ ਕਿਸੇ ਨੂੰ ਆਪਣੇ ਮੁਤਾਬਕ ਚੱਲੋ। ਸਿਰਫ ਜਿਹੜਾ ਹੈ ਆਪਸ ਦੇ ਵਿੱਚ ਪਿਆਰ ਕਰਕੇ ਦੇਖੋ। ਜਦੋਂ ਤੁਹਾਡਾ ਆਪਸ ਦੇ ਵਿੱਚ ਇੱਕ ਦੂਜੇ ਨਾਲ ਲਗਾਵ ਹੋ ਜਾਏਗਾ ਤਾਂ ਯਕੀਨ ਜਾਣਿਓ ਜ਼ਿੰਦਗੀ ਬਹੁਤ ਖੂਬਸੂਰਤ ਜਿਹੜੀ ਹੈ, ਬਹੁਤ ਸੁੱਖਾਮਈ ਤੁਹਾਨੂੰ ਨਜ਼ਰ ਆਏਗੀ।